एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ ਸਵਾਗਤ ਹੈ। ਅੱਜ ਦੀ ਕਲਾਸ 'ਚ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਕਿਤਾਬ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ। ਉਹਦਾ ਤੀਜਾ ਪਾਠ ਮੇਜਰ ਧਿਆਨ ਚੰਦ ਦ ਮੈਜੀਸ਼ੀਅਨ ਆਫ ਹਾਕੀ यानी कि जादूगर सी ये हॉकी दे ते इस चैप्टर दी बैक एक्सरसाइज सॉल्व करन जा रहे हैं, जिहदे विच पहला सवाल है व्हेन वाज मेजर ध्यान चंद बोर्न, यानी मेजर ध्यान चंद दा जन्म कदों होया सी। आ देखो ये आंसर दिता होया है पेज नंबर 13 ते, मैं मार्क किता है इत्थे। इत्थों लैके इत्थे तक हैगा भी मेजर ध्यान चंद दा जन्म 29 अगस्त 1905 ਨੂੰ ਇਲਾਹਾਬਾਦ ਵਿੱਚ ਹੋਇਆ। ਕਿਹਦੇ ਘਰ ਹੋਇਆ? ਉਹਨਾਂ ਦੇ ਪਿਤਾ ਦਾ ਨਾਂ ਸੀ ਸਮੇਸ਼ਵਰ ਦਾ। ਤੇ ਇੱਥੋਂ ਲੈ ਕੇ ਇੱਥੇ ਤੱਕ ਹੋ ਗਿਆ ਸਾਡਾ ਪਹਿਲਾ ਆਨਸਰ। ਹੁਣ ਆਪਾਂ ਅੱਗੇ ਚੱਲਦੇ ਹਾਂ। ਸੈਕਿੰਡ ਕੁਐਸਚਨ ਹੈਗਾ when did Indian hockey team participate for the first time in the Olympic Games? ओलंपिक खेडां विच भारती हॉकी टीम ने पहली बार कदों भाग लिया? दूजा हिस्सा है सवाल दा विच मैडल वॉज वन बाय इंडियन टीम इन दीज गेम्स। ते ना खेडां विच भारती टीम ने केड़ा आपां कह सकते हैं तगमा या फिर मैडल हासिल किया। ते एदा आंसर आ देखो, ये भी दिता होया पेज नंबर 13 ते। ਇਹ ਇੱਥੋਂ ਲੈ ਕੇ ਇੱਥੇ ਤੱਕ ਤੇ ਫਿਰ ਮੈਂ ਇੱਥੇ ਲਿਖਿਆ ਇਹਦਾ ਆਨਸਰ। In 1928 the Indian team participated in Amsterdam Olympic Games। 1928 ਵਿੱਚ ਭਾਰਤੀ ਟੀਮ ਨੇ ਪਹਿਲੀ ਵਾਰ ਐਮਸਟਰਡੈਮ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਐਂਡ ਆਲਸੋ ਵਨ ਦ 골ਡ ਮੈਡਲ ਇਨ ਇਟ, ਤੇ ਉਸ ਦੇ ਵਿੱਚ ਉਹਨੇ 골ਡ ਮੈਡਲ ਜਿੱਤਿਆ। ਅੱਗੇ ਚੱਲਦੇ ਹਾਂ। ਤੀਜਾ ਸਵਾਲ ਡਿਸਕਰਾਈਬ any one episode related to Major Dhyan Chand's life। ਮੇਜਰ ਧਿਆਨ ਚੰਦ ਦੇ ਜੀਵਨ ਨਾਲ ਸੰਬੰਧਿਤ ਕਿਸੇ ਇੱਕ ਘਟਨਾ ਦਾ ਵਰਣਨ ਕਰੋ। ਚਲੋ ਮੈਂ ਦੱਸ ਦਿੰਦੀ ਹਾਂ। ਮੈਂ ਇੱਥੋਂ ਲੈ ਕੇ ਇੱਥੇ ਤੱਕ ਆਨਸਰ ਮਾਰਕ ਕੀਤਾ ਹੈ ਤੀਜੇ ਪੁਆਇੰਟ ਦਾ। ਜੇ ਇੱਕ ਅੱਧੀ ਗੱਲ ਤੁਸੀਂ ਭੁੱਲ ਵੀ ਜਾਂਦੇ ਹੋ ਕੋਈ ਘਬਰਾਉਣ ਦੀ ਗੱਲ ਨਹੀਂ ਉਹਦੇ ਵਿੱਚ। ਤੇ ਤੀਜੇ ਸਵਾਲ ਦਾ ਜਿਹੜਾ ਆਨਸਰ ਦਿੱਤਾ ਹੋਇਆ ਪੇਜ ਨੰਬਰ 14 ਤੇ। ਚਲੋ ਮੈਂ ਦੱਸ ਦਿੰਦੀ ਹਾਂ ਇੱਥੇ ਕੀ ਲਿਖਿਆ। There are many legends about this great player। ਇਸ ਮਹਾਨ ਖਿਡਾਰੀ ਬਾਰੇ ਕਈ ਆਪਾਂ ਕਹਿ ਸਕਦੇ ਹਾਂ ਐਪੀਸੋਡਸ ਨੇ, ਘਟਨਾਵਾਂ ਨੇ। Once in Holland, the authorities broke Dhyan Chand's hockey stick to check if there was any magnet-like element inside it। ਤੇ ਇੱਕ ਵਾਰ ਹਾਲੈਂਡ ਵਿੱਚ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਧਿਆਨ ਚੰਦ ਦੇ ਹਾਕੀ ਦੀ ਸਟਿਕ ਨੂੰ ਤੋੜ ਦਿੱਤਾ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਵੀ ਇਹਦੇ ਵਿੱਚ ਸ਼ਾਇਦ ਕੋਈ ਚੁੰਬਕ ਵਰਗੀ ਚੀਜ਼ ਹੈਗੀ ਹੈ ਜਾਂ ਤੱਤ ਹੈਗਾ। ਕਿਉਂ ਇੱਦਾਂ ਲੱਗਿਆ? ਐਕਚੁਅਲੀ ਧਿਆਨ ਚੰਦ ਹੈਡ ਅ ਗ੍ਰੇਟ ਕੰਟਰੋਲ ਔਨ ਦ ਬਾਲ, ਕਿਉਂਕਿ ਧਿਆਨ ਚੰਦ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕੰਟਰੋਲ ਸੀ ਬਾਲ ਦੇ ਉੱਤੇ ਉਹ ਬਹੁਤ ਵਧੀਆ ਸੀ। His ball did not separate from his stick। ਤੇ ਉਹਨਾਂ ਦੀ ਜਿਹੜੀ ਗੇਂਦ ਸੀ ਉਹ ਉਹਨਾਂ ਦੀ ਸੋਟੀ ਤੋਂ ਜਾਂ ਸਟਿਕ ਤੋਂ ਦੂਰ ਹੀ ਨਹੀਂ ਹੋ ਰਹੀ ਸੀ। ਇੱਦਾਂ ਲੱਗ ਰਿਹਾ ਸੀ ਜਿਵੇਂ ਚੁੰਬਕ ਵਾਂਗ ਚਿਪਕੀ ਹੋਈ ਹੈ। Many people believe that his hockey stick was a magical stick। ਤੇ ਇਸ ਕਰਕੇ ਬਹੁਤ ਸਾਰੇ ਲੋਕ ਇਹ ਮੰਨਦੇ ਸੀ ਕਿ ਉਹਨਾਂ ਦੀ ਹਾਕੀ ਦੀ ਜਿਹੜੀ ਸਟਿਕ ਹੈਗੀ ਹੈ ਉਹ ਇੱਕ ਜਾਦੂਈ ਸਟਿਕ ਸੀ। ਧਿਆਨ ਚੰਦ ਵਨ ਦ ਹਾਰਟ ਆਫ ਦ ਜਰਮਨ ਡਿਕਟੇਟਰ ਹਿਟਲਰ। ਤੇ ਉਹਨਾਂ ਨੇ ਜਰਮਨੀ ਦੇ ਜਿਹੜੇ ਸ਼ਾਸਕ ਸਨ ਜਾਂ ਆਪਾਂ ਕਹਿ ਸਕਦੇ ਹਾਂ ਤਾਨਾਸ਼ਾਹ ਸਨ ਹਿਟਲਰ, ਉਹਨਾਂ ਦਾ ਦਿਲ ਵੀ ਜਿੱਤ ਲਿਆ ਸੀ। ਹਿਟਲਰ ਈਵਨ ਆਫਰਡ ਧਿਆਨ ਚੰਦ ਟੂ ਪਲੇ ਫॉर ਜਰਮਨੀ। ਤੇ ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਲਈ ਖੇਡਣ ਲਈ ਵੀ ਕਿਹਾ and tempted him by offering a high post in the German army। ਤੇ ਨਾ ਸਿਰਫ ਪੇਸ਼ਕਸ਼ ਕੀਤੀ ਵੀ ਤੁਸੀਂ ਜਰਮਨੀ ਲਈ ਖੇਡੋ, ਸਗੋਂ ਜਰਮਨ ਫੌਜ ਦੇ ਵਿੱਚ ਵੀ ਉਹਨਾਂ ਨੂੰ ਚੰਗੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ। ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਵੀ ਉਹ ਜਰਮਨੀ ਲਈ ਖੇਡਣ ਕਿਉਂਕਿ ਉਹ ਇੰਨੇ ਵਧੀਆ ਖਿਡਾਰੀ ਸੀ। ਬਟ ਧਿਆਨ ਚੰਦ ਫੈਲਟ ਪ੍ਰਾਊਡ ਟੂ ਪਲੇ ਓਨਲੀ ਫॉर ਇੰਡੀਆ। ਪਰ ਧਿਆਨ ਚੰਦ ਸਿਰਫ ਭਾਰਤ ਲਈ ਖੇਡ ਕੇ ਬਹੁਤ ਵਧੀਆ ਜਾਂ ਮਾਣ ਮਹਿਸੂਸ ਕਰਦੇ ਸਨ। ਤੇ ਇਹ ਹੋ ਗਿਆ ਸਾਡਾ ਤੀਜਾ ਆਨਸਰ।
ਚੌਥਾ ਸਵਾਲ ਹੈਗਾ when and where did ਮੇਜਰ ਧਿਆਨ ਚੰਦ play his first international match? ਮੇਜਰ ਧਿਆਨ ਚੰਦ ਨੇ ਕਦੋਂ ਅਤੇ ਕਿੱਥੇ ਖੇਡਿਆ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ? ਤੇ ਇਹਦਾ ਆਨਸਰ ਆ ਦੇਖੋ ਇੱਥੇ ਦਿੱਤਾ ਹੋਇਆ, ਪੇਜ ਨੰਬਰ ਹੈ ਇਹ 13 ਪੇਜ ਨੰਬਰ ਹੈਗਾ ਤੇ ਇੱਥੋਂ ਲੈ ਕੇ ਇੱਥੇ ਤੱਕ ਹੈਗਾ। ਹੀ ਪਲੇਡ ਹਿਜ਼ ਫਰਸਟ ਇੰਟਰਨੈਸ਼ਨਲ ਮੈਚ ਇਨ ਨਿਊਜ਼ੀਲੈਂਡ। ਉਹਨਾਂ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਨਿਊਜ਼ੀਲੈਂਡ ਦੇ ਵਿੱਚ ਖੇਡਿਆ। ਕਦੋਂ ਖੇਡਿਆ? 13 ਮਈ 1926 ਨੂੰ। ਇਨ ਨਿਊਜ਼ੀਲੈਂਡ 21 ਮੈਚਸ ਵਰ ਪਲੇਡ। ਉੱਥੇ 21 ਮੈਚ ਖੇਡੇ ਗਏ। ਇੰਡੀਆ ਵਨ 18 ਮੈਚਸ ਆਊਟ ਆਫ ਦਿਸ। ਤੇ ਇਹਨਾਂ ਜਿਹੜੇ ਮੈਚਸ ਸੀ 21, ਇਹਨਾਂ ਵਿੱਚੋਂ 18 ਮੈਚ ਇੰਡੀਆ ਨੇ ਜਿੱਤੇ। ਅੱਗੇ ਚੱਲਦੇ ਹਾਂ ਪੰਜਵੇਂ ਸਵਾਲ ਵੱਲ। ਇਹ ਸਵਾਲ ਹੈਗਾ ਇਨ ਵਿਚ ਕੰਟਰੀ ਇਜ਼ ਮੇਜਰ ਧਿਆਨ ਚੰਦ ਸਟੈਚੂ ਇੰਸਟਾਲਡ? ਮੇਜਰ ਧਿਆਨ ਚੰਦ ਦਾ ਜਿਹੜਾ ਬੁੱਤ ਹੈਗਾ, ਸਟੈਚੂ ਹੈਗਾ, ਉਹ ਕਿਸ ਦੇਸ਼ ਦੇ ਵਿੱਚ ਸਥਾਪਿਤ ਹੈਗਾ? ਤੇ ਇਹਦਾ ਆਨਸਰ ਹੈ ਹਰੇ ਵਿੱਚ ਇੱਥੋਂ ਲੈ ਕੇ ਇੱਥੇ ਤੱਕ ਹੈਗਾ। A statue of ਧਿਆਨ ਚੰਦ has been set up in Vienna. ਮੇਜਰ ਧਿਆਨ ਚੰਦ ਦਾ ਜਿਹੜਾ ਸਟੈਚੂ ਹੈਗਾ, ਬੁੱਤ ਹੈਗਾ, ਉਹ ਲਾਇਆ ਗਿਆ ਵੀਅਨਾ ਦੇ ਵਿੱਚ, ਆਸਟਰੀਆ। ਬੇਟਾ ਇੱਥੇ ਕਿਤਾਬ ਦੇ ਵਿੱਚ ਗਲਤ ਦਿੱਤਾ ਹੈ, ਆਸਟ੍ਰੇਲੀਆ ਨਹੀਂ ਆਏਗਾ, ਠੀਕ ਹੈ। ਆਸਟ੍ਰੇਲੀਆ ਦੂਜਾ ਦੇਸ਼ ਹੈ, ਵੀਅਨਾ ਜਿਹੜਾ ਹੈ ਉਹ ਆਸਟਰੀਆ ਦੇ ਵਿੱਚ ਹੈ। ਧਿਆਨ ਰੱਖਿਓ ਕਿਤਾਬ ਦੇ ਵਿੱਚ ਗਲਤ ਦਿੱਤਾ ਹੋਇਆ, AUSTRIA ਆਏਗਾ, ਆਸਟ੍ਰੇਲੀਆ ਨਹੀਂ ਆਏਗਾ। ਤੇ ਇੱਥੇ ਵੀਅਨਾ ਜਾਂ ਆਸਟਰੀਆ ਦੇ ਵਿੱਚ, ਵੀਅਨਾ ਆਸਟਰੀਆ ਦੇ ਵਿੱਚ ਇੱਕ ਥਾਂ ਹੈਗੀ ਹੈ, ਉੱਥੇ ਉਹਨਾਂ ਦਾ ਸਟੈਚੂ ਖੜਾ ਕੀਤਾ ਗਿਆ ਹੈ। ਦਿਸ ਸਟੈਚੂ ਹੈਜ਼ 4 hands holding 4 sticks। ਤੇ ਕਿਉਂਕਿ ਉਹ ਬਹੁਤ ਤੇਜ਼ ਖੇਡਦੇ ਸੀ ਤੇ ਇਸ ਕਰਕੇ 4 ਹੱਥ ਬਣਾਏ ਗਏ ਨੇ ਇਸ ਸਟੈਚੂ ਦੇ ਵਿੱਚ, ਬੁੱਤ ਦੇ ਵਿੱਚ, ਤੇ 4 ਹੱਥਾਂ ਦੇ ਵਿੱਚ ਸਟਿਕਸ ਫੜਾਈਆਂ ਗਈਆਂ ਨੇ। ਦਿਸ ਸਟੈਚੂ ਇਜ਼ ਅ ਸਿੰਬਲ ਆਫ ਹਿਜ਼ ਮਾਰਵਲਸ ਸਕਿੱਲ ਆਫ ਹਿਜ਼ ਗੇਮ। ਤੇ ਇਹ ਜਿਹੜਾ ਬੁੱਤ ਹੈ ਇਹ ਉਹਨਾਂ ਦੀ ਖੇਡ ਦੇ ਸ਼ਾਨਦਾਰ ਹੁਨਰ ਨੂੰ ਪ੍ਰਤੀਕ ਕਰਦਾ ਹੈਗਾ। ਠੀਕ ਹੈ ਬੇਟਾ, ਅੱਗੇ ਚੱਲਦੇ ਹਾਂ। 6ਵਾਂ ਕੁਐਸਚਨ ਹੈਗਾ ਰਾਈਟ ਅ ਬਰੀਫ ਨੋਟ ਅਬਾਊਟ ਮੇਜਰ ਧਿਆਨ ਚੰਦ's ਲਾਈਫ। ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਸੰਖੇਪ ਵਿੱਚ ਇੱਕ ਨੋਟ ਲਿਖੋ। 6ਵੇਂ ਸਵਾਲ ਦਾ ਆਨਸਰ ਇੱਥੋਂ ਲੈ ਕੇ ਇੱਥੇ ਤੱਕ ਹੈਗਾ, ਜਿਹੜਾ ਆਪਾਂ ਫਰਸਟ ਆਨਸਰ ਵੀ ਦਿੱਤਾ ਸੀ ਤੇ ਚੌਥਾ ਆਨਸਰ ਵੀ ਇਹਦੇ ਵਿੱਚ ਹੀ ਸੀ। ਇਹ ਹੈਗਾ ਪੇਜ ਨੰਬਰ 13 ਦੇ ਵਿੱਚ। ਹੁਣ ਇਹ ਸਾਰੀਆਂ ਗੱਲਾਂ ਲਿਖਣੀਆਂ ਜ਼ਰੂਰੀ ਨਹੀਂ ਹੈ, ਪਰ ਮੋਟੀ ਮੋਟੀ ਤੁਸੀਂ ਜੇ ਸਮਝ ਕਰ ਲਓ ਵੀ ਕੀ ਕੀ ਦੱਸਿਆ ਗਿਆ ਤਾਂ ਤੁਸੀਂ ਆਨਸਰ ਬਣਾ ਸਕਦੇ ਹੋ। ਦੇਖੋ ਪਹਿਲਾਂ ਆਪਾਂ ਉਹਨਾਂ ਬਾਰੇ ਦੱਸਾਂਗੇ। ਕੀ ਦੱਸਾਂਗੇ? ਵੀ ਉਹਨਾਂ ਦਾ ਜਨਮ ਕਿੱਥੇ ਹੋਇਆ, ਇੱਥੇ ਹੋਇਆ, ਕਦ ਹੋਇਆ, ਕਿਹਦੇ ਘਰ ਵਿੱਚ ਹੋਇਆ, ਤੇ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਤੇ ਵੱਡੇ ਭਰਾ ਸੀ ਉਹ ਵੀ ਹਾਕੀ ਦੇ ਖਿਡਾਰੀ ਸੀ, ਇੱਥੇ ਦੱਸਿਆ ਗਿਆ। ਤਾਂ ਇਸ ਕਰਕੇ ਇਹਨਾਂ ਨੂੰ ਇਹ ਜਿਹੜੀ ਖੇਡ ਹੈਗੀ ਹੈ ਇਹ ਵਿਰਾਸਤ ਦੇ ਵਿੱਚ ਮਿਲੀ ਹੈ। ਉਹਨਾਂ ਦੇ ਜਿਹੜੇ ਪਿਤਾ ਜੀ ਸੀ ਉਹ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਕੰਮ ਕਰਦੇ ਸੀ। ਇਹ ਥੋੜ੍ਹਾ ਜਿਹਾ ਆਪਾਂ ਵੇਰਵਾ ਦੇ ਦਿੱਤਾ ਉਹਨਾਂ ਬਾਰੇ। ਉਸ ਤੋਂ ਬਾਅਦ ਧਿਆਨ ਚੰਦ ਜੀ ਬਾਰੇ ਹੋਰ ਦੱਸਾਂਗੇ ਵੀ ਉਹਨਾਂ ਨੇ ਇੰਡੀਅਨ ਫੌਜ ਜਾਂ ਇੰਡੀਅਨ ਆਰਮੀ ਦੇ ਵਿੱਚ ਸਿਪਾਹੀ ਵਾਂਗ ਇੱਕ ਪੋਸਟ ਜੁਆਇਨ ਕੀਤੀ ਜਦੋਂ 16 ਸਾਲ ਦੇ ਸੀ। ਤੇ ਉੱਥੇ ਫੌਜ ਦੇ ਵਿੱਚ ਇੱਕ ਸੂਬੇਦਾਰ ਸੀ ਮੇਜਰ ਤਿਵਾੜੀ, ਜਿਨ੍ਹਾਂ ਨੇ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਵੀ ਤੁਸੀਂ ਹਾਕੀ ਖੇਡੋ। ਫਿਰ ਦੱਸਿਆ ਗਿਆ ਮੇਜਰ ਧਿਆਨ ਚੰਦ ਯੂਜ਼ ਟੂ ਪ੍ਰੈਕਟਿਸ ਹਾਕੀ ਵਿਦ ਗ੍ਰੇਟ ਡੈਡੀਕੇਸ਼ਨ। ਉਹ ਹਾਕੀ ਦੀ ਜਿਹੜੀ ਪ੍ਰੈਕਟਿਸ ਹੈਗੀ ਹੈ ਉਹ ਪੂਰੇ ਉਤਸ਼ਾਹ ਦੇ ਨਾਲ, ਬੜੀ ਲਗਨ ਦੇ ਨਾਲ ਕਰਦੇ ਸੀ, ਉਹਦਾ ਅਭਿਆਸ ਕਰਦੇ ਸੀ। ਤੇ ਕਦ ਕਰਦੇ ਸੀ? ਜਦ ਡਿਊਟੀ ਖਤਮ ਹੋ ਜਾਂਦੀ ਸੀ, ਯਾਨੀ ਰਾਤ ਤੱਕ ਕਰਦੇ ਸੀ, ਸ਼ਾਮ ਤੋਂ ਲੈ ਕੇ ਡਿਊਟੀ ਖਤਮ ਹੋਣ ਤੋਂ ਬਾਅਦ। ਤੇ ਫਿਰ ਉਹਨਾਂ ਨੇ ਕੰਪੀਟੀਸ਼ਨ ਦੇ ਵਿੱਚ ਵੀ ਹਿੱਸਾ ਲਿਆ ਜੋ ਫੌਜ ਨੇ ਆਯੋਜਿਤ ਕੀਤੇ ਸੀ 1922 ਤੋਂ ਲੈ ਕੇ 1926। ਤੇ ਉਹਨਾਂ ਦਾ ਜਿਹੜਾ ਇਹ ਖੇਡ ਵੱਲ ਰੁਝਾਵ ਸੀ ਉਸ ਕਰਕੇ ਉਹਨਾਂ ਨੂੰ ਐਨੂਅਲ ਸਪੋਰਟਸ ਕੰਪੀਟੀਸ਼ਨ ਦਿੱਲੀ ਵੀ ਭੇਜਿਆ ਗਿਆ ਤੇ ਉੱਥੇ ਉਹਨਾਂ ਦਾ ਜਿਹੜਾ ਰੁਝਾਅ ਸੀ ਉਹਨੂੰ ਅਪਰੀਸ਼ੀਏਟ ਕੀਤਾ ਗਿਆ, ਲੋਕਾਂ ਨੇ ਬੜੀ ਤਾਰੀਫ ਕੀਤੀ। ਤੇ ਇਸ ਕਰਕੇ ਜਿਹੜੇ ਧਿਆਨ ਚੰਦ ਜੀ ਸੀ, ਜਦ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਮਿਲਿਆ ਤੇ ਉਹਨਾਂ ਦੇ ਉਹਦੇ ਕੌਨਫੀਡੈਂਸ ਨੂੰ ਬਹੁਤ ਵਧਾਇਆ। ਤੇ ਫਿਰ ਉਹਨਾਂ ਨੇ ਪਹਿਲੀ ਵਾਰ ਇੰਟਰਨੈਸ਼ਨਲ ਅੰਤਰਰਾਸ਼ਟਰੀ ਮੈਚ ਖੇਡਿਆ ਨਿਊਜ਼ੀਲੈਂਡ ਦੇ ਵਿੱਚ। ਉਹ ਕਦ ਖੇਡਿਆ? 13 ਮਈ 1926 ਦੇ ਵਿੱਚ।
ਤੇ ਇੱਥੇ 21 ਮੈਚ ਖੇਡੇ ਗਏ, ਜਿਨ੍ਹਾਂ ਵਿੱਚੋਂ ਇੰਡੀਆ ਨੇ 18 ਮੈਚ ਜਿੱਤੇ। ਤੇ ਕਿਹਦੇ ਕਰਕੇ ਜਿੱਤੇ? ਧਿਆਨ ਚੰਦ ਜੀ ਕਰਕੇ ਹੀ ਜਿੱਤੇ। ਠੀਕ ਹੈ, ਤੇ ਜਿਹੜੇ 2 ਮੈਚ ਸੀ ਉਹਨਾਂ ਵਿੱਚ ਡਰਾਅ ਹੋ ਗਿਆ ਸੀ, ਵੀ ਕੋਈ ਵੀ ਪਾਰਟੀ ਨਹੀਂ ਜਿੱਤੀ ਸੀ, ਤੇ ਇੰਡੀਆ ਨੇ ਇੱਕੋ ਮੈਚ ਹਾਰਿਆ ਸੀ। ਤੇ ਇਹ ਗੱਲਾਂ ਤੁਸੀਂ ਲਿਖਣੀਆਂ ਨੇ ਜਦ ਉਹਨਾਂ ਬਾਰੇ ਗੱਲ ਕੀਤੀ ਜਾਂਦੀ ਹੈ। ਅੱਗੇ ਚੱਲਦੇ ਹਾਂ, ਲਾਸਟ ਕੁਐਸਚਨ 7th ਹੈਗਾ, what efforts have been done by the Indian government dedicated to the memory of Major ਧਿਆਨ ਚੰਦ? ਵੀ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਭਾਰਤ ਦੀ ਸਰਕਾਰ ਨੇ ਕੀ ਕਦਮ ਲਏ ਨੇ। ਇੱਥੇ ਦੇਖੋ, ਮੈਂ ਸ਼ੁਰੂ ਕੀਤਾ ਇਹ ਆਨਸਰ ਨੰਬਰ 7 ਪੇਜ ਨੰਬਰ 14 ਤੇ ਦਿੱਤਾ ਗਿਆ। ਆਪਾਂ ਪੁਆਇੰਟਸ ਬਣਾ ਲੈਂਦੇ ਹਾਂ, ਇਹ ਨੀਲੇ ਦੇ ਨਾਲ ਮੈਂ ਮਾਰਕ ਕੀਤਾ। ਇੱਥੇ 5th ਦਾ ਆਨਸਰ ਵੀ ਸੀ, ਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਪਹਿਲਾ ਜਿਹੜਾ ਕਦਮ ਚੱਕਿਆ ਸਰਕਾਰ ਨੇ ਉਹ ਇਹ ਸੀ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਪਦਮ ਭੂਸ਼ਣ ਦੇ ਨਾਲ। ਇਹ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ, ਆਪਾਂ ਕਹਿ ਸਕਦੇ ਹਾਂ, ਸ਼ਾਨਦਾਰ ਤੇ ਵਧੀਆ ਇੱਕ ਡੈਡੀਕੇਟਿਡ ਅਵਾਰਡ ਹੁੰਦਾ, ਤੇ ਇਹ ਦਿੱਤਾ ਗਿਆ 1956 ਦੇ ਵਿੱਚ। ਫਿਰ ਸੈਕਿੰਡ ਪੁਆਇੰਟ ਦੇ ਵਿੱਚ ਆਪਾਂ ਕਹਾਂਗੇ 29 ਅਗਸਤ, ਜਿਹੜਾ ਕਿ ਧਿਆਨ ਚੰਦ ਜੀ ਦਾ ਬਰਥਡੇ ਹੈਗਾ, ਉਹਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ, ਮਨਾਉਂਦੇ ਹਾਂ ਐਜ਼ ਨੈਸ਼ਨਲ ਸਪੋਰਟਸ ਡੇ ਵਿਦ ਗ੍ਰੇਟ ਪੌਂਪ ਐਂਡ ਸ਼ੋ, ਮਤਲਬ ਸ਼ਾਨਦਾਰ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ। ਠੀਕ ਹੈ, ਇਹ ਧਿਆਨ ਦਿਓ, ਇੱਥੇ ਆਸਟ੍ਰੇਲੀਆ ਨਹੀਂ ਆਏਗਾ, ਆਸਟਰੀਆ ਆਏਗਾ। ਇਹ ਇਸ ਆਨਸਰ ਦੇ ਵਿੱਚ ਨਹੀਂ ਹੈ, ਪਰ ਉੱਦਾਂ ਦੱਸ ਰਹੀ ਹਾਂ। ਫਿਰ ਤੀਜਾ ਪੁਆਇੰਟ ਜਿਹੜਾ ਹੈ ਉਹ ਹੋ ਗਿਆ ਇੱਥੇ ਵੀ ਦ ਇੰਡੀਅਨ ਪੋਸਟਲ ਸਰਵਿਸ had even issued a postage stamp in his memory, ਵੀ ਭਾਰਤੀ ਡਾਕ ਸੇਵਾ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ। ਤੇ ਚੌਥਾ ਪੁਆਇੰਟ ਹੈ ਵੀ ਇੰਟਰਨੈਸ਼ਨਲ ਸਟੇਡੀਅਮ ਵੀ ਜਿਹੜਾ ਹੈਗਾ ਨਿਊ ਦਿੱਲੀ ਦੇ ਵਿੱਚ, ਉਹ ਵੀ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ, ਜਾਂ ਉਸ ਨੂੰ ਉਹਨਾਂ ਦਾ ਨਾਂ ਦੇ ਦਿੱਤਾ ਗਿਆ। ਠੀਕ ਹੈ, ਇਹ 4 ਪੁਆਇੰਟਸ ਹੋ ਗਏ, ਤੇ ਇਹਦੇ ਨਾਲ ਖਤਮ ਹੁੰਦਾ ਹੈ ਇਸ ਚੈਪਟਰ ਦੀ ਬੈਕ ਐਕਸਰਸਾਈਜ਼। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੈ ਕੀ ਲਿਖਣਾ ਹੈ ਆਨਸਰ ਦੇ ਵਿੱਚ, ਜੋ ਜ਼ਰੂਰੀ ਗੱਲਾਂ ਨੇ। ਤੇ ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ। ਪਰ ਤੁਹਾਨੂੰ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਕ ਸ਼ੋਰ ਕਿ ਤੁਸੀਂ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ। ਬਾਏ ਬਾਏ।